हाँ बुद्ध प्रभ तुछ हमारी, बरन सकै महिमा जो तिहारी। हम न सकत कर सिफत तुम्हारी, आप लिहो तुम कथा सुधारी। आप लिहो तुम कथा सुधारी। जुगो जुग अटल चवर छतर तखत दे मालक, कलजुग के जहाज बाणी के बोहित, हलत पलत के रखिक। शब्द गुरु जगत गुरु ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਹਜ਼ੂਰੀ ਅੰਦਰ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਇਤਿਹਾਸ ਦੀ ਵਿਚਾਰ ਦੇ ਨਾਲ ਲੜੀ ਨੂੰ ਜੋੜਨ ਵਾਸਤੇ ਗੁਰੂ ਚਰਨਾਂ ਵਿੱਚ ਇਕੱਤਰ ਹੋਈ ਗੁਰੂ ਰੂਪ ਸਾਧ ਸੰਗਤ ਜੀਓ, ਰਸਨਾ ਨੂੰ ਕਰੀਏ ਪਵਿੱਤਰ, ਮਨ ਬਿਰਤੀਆਂ ਜੋੜੀਏ, ਕਲਗੀਧਰ ਪਾਤਸ਼ਾਹ ਦੇ ਚਰਨਾਂ ਦਾ ਧਰੀਏ ਧਿਆਨ। ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਿੜੀਆਂ ਜਿਸ ਦੀਆਂ ਬਾਜਾਂ ਤੇ ਹੋਣ ਭਾਰੂ, ਉਸ ਦੇ ਸਿੰਘਾਂ ਦੀ ਕਿੱਡੀ ਕੁ ਸ਼ਾਨ ਹੋਸੀ। 1.25 ਲੱਖ ਨਾਲ ਇੱਕ ਲੜਾਣ ਵਾਲਾ ਕਲਗੀਧਰ ਖੁਦ ਕਿੱਡਾ ਕੁ ਬਲਵਾਨ ਹੋਸੀ। ਇਸ ਸਿਰਲੇਖ ਦੇ ਅੱਜ ਤੀਸਰੇ ਭਾਗ ਦੀ ਆਪਾਂ ਵਿਚਾਰ ਕਰ ਰਹੇ ਹਾਂ। ਗੁਰਮੁਖੋ ਭਾਗਾਂ ਵਾਲੇ ਜੇ ਪਿੰਡਾਂ ਦੇ ਵਿੱਚ ਲੋਕ ਗੁਰਪੁਰਬ ਮਨਾਉਂਦੇ ਨਾ, ਬੜੀ ਮੁਸ਼ਕਲ ਨਾਲ ਇੱਕ ਦਿਨ ਦਾ ਪ੍ਰੋਗਰਾਮ ਹੋ ਜਾਂਦਾ। ਆਪਾਂ ਰੋਜ਼ ਹੀ 1 ਘੰਟਾ ਵਿਚਾਰ ਕਰਦੇ ਹਾਂ। ਆਰਮੀ ਦੇ ਵਿੱਚ ਬੜੀ ਸਤਿਗੁਰਾਂ ਦੀ ਕਿਰਪਾ ਹੈ। ਸੋ ਹਜ਼ੂਰ ਕਿਰਪਾ ਕਰਦੇ ਹਨ। ਜਿਸ ਤਰ੍ਹਾਂ ਸਰਦਾਰ ਭਾਈ ਕਰਤਾਰ ਸਿੰਘ ਬਲੱਗਣ ਜੀ ਲਿਖਦੇ ਹਨ ਕਿ ਮੈਂ ਇਤਿਹਾਸ ਵਿੱਚੋਂ ਦਰਸ਼ਨ ਕੀਤੇ ਕਿ ਚਿੜੀਆਂ ਨੇ ਬਾਜਾਂ ਨੂੰ ਤੋੜ ਸੁੱਟਿਆ। ਚਿੜੀਆਂ ਜਿਸ ਦੀਆਂ ਬਾਜਾਂ ਤੇ ਹੋਣ ਭਾਰੂ, ਫਿਰ ਮੈਂ ਇਤਿਹਾਸ ਵਿੱਚੋਂ ਦੇਖਿਆ ਉਹਦੇ ਸਿੰਘ ਕਿਹੋ ਜਿਹੇ ਹੋਣਗੇ। ਉਹਦੇ ਸਿੰਘਾਂ ਦੀ ਕਿੱਡੀ ਕੁ ਸ਼ਾਨ ਹੋਸੀ। ਜਦੋਂ ਕਹਿੰਦਾ ਮੈਂ ਸਿੰਘਾਂ ਨੂੰ 1.25 ਲੱਖ ਨਾਲ ਇੱਕ ਨੂੰ ਲੜਦਿਆਂ ਵੇਖਿਆ, ਫਿਰ ਮੇਰਾ ਧਿਆਨ ਗਿਆ ਉਹ ਗੁਰੂ ਕਿਹੋ ਜਿਹਾ ਹੋਵੇਗਾ। 1.25 ਲੱਖ ਨਾਲ ਇੱਕ ਲੜਾਉਣ ਵਾਲਾ ਕਲਗੀਧਰ ਖੁਦ ਕਿੱਡਾ ਕੁ ਬਲਵਾਨ ਹੋਸੀ। ਕੱਲ੍ਹ ਅਸੀਂ ਆਤਮਿਕ ਤੌਰ 'ਤੇ ਬਲਵਾਨ ਦੀ ਸਤਿਗੁਰਾਂ ਦੀ ਗੱਲ ਕਰ ਰਹੇ ਹਾਂ। ਅੱਜ ਮੈਂ ਆਪ ਜੀ ਦਾ ਧਿਆਨ ਲਿਜਾਵਾਂ, ਕਿਉਂਕਿ ਬਲਵਾਨ 2 ਕਿਸਮ ਦਾ ਹੁੰਦਾ, ਇੱਕ ਆਤਮਾ ਕਰਕੇ, ਇੱਕ ਸਰੀਰ ਕਰਕੇ, ਇੱਕ ਮਨ ਕਰਕੇ, ਇੱਕ ਤਨ ਕਰਕੇ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ 17 ਕੁ ਸਾਲ ਦੀ ਉਮਰ ਹੈ ਜਦੋਂ ਭੀਮ ਚੰਦ ਕਹਿਲੂਰੀਏ ਨੇ ਸਤਿਗੁਰਾਂ ਕੋਲੋਂ ਪ੍ਰਸ਼ਾਦੀ ਹਾਥੀ ਮੰਗਿਆ ਸੀ, ਪੰਚਕੂਲਾ ਸ਼ਸਤਰ ਮੰਗਿਆ ਸੀ, ਕਾਬਲ ਤੋਂ ਆਇਆ ਤੰਬੋਲ ਮੰਗਿਆ ਸੀ, ਤੇ ਸਤਿਗੁਰਾਂ ਕਿਹਾ ਇਹ ਫਰੇਬੀ ਹੈ। ਤੇ ਸਤਿਗੁਰ ਨੇ ਮਨਾ ਕਰ ਦਿੱਤਾ ਕਿ ਇਹ ਸਾਡੇ ਸੰਗਤ ਦੀਆਂ ਭੇਟਾਵਾਂ, ਇਹ ਅਸੀਂ ਕਿਸੇ ਨੂੰ ਨਹੀਂ ਦੇ ਸਕਦੇ। ਮੈਂ ਕਈ ਵਾਰੀ ਆਖਦਾ ਹੁੰਦਾ ਕਿ ਆਪਣੇ ਆਖਿਆ ਜਾਂਦਾ ਨਾ, ਗੁਰੂ ਘਰ ਦੀ ਚੀਜ਼ ਕਿਤੇ ਨਹੀਂ ਜਾਏਗੀ, ਇਹ ਸਾਡੀ ਮਰਜ਼ਾਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਇਹ ਗੁਰੂ ਨਾਨਕ ਦੇ ਘਰ ਭੇਟਾਵਾਂ ਹਨ, ਇਹ ਕਿਸੇ ਨੂੰ ਨਹੀਂ ਦਿੱਤੀਆਂ ਜਾ ਸਕਦੀਆਂ। ਫਿਰ ਅਗਾਂਹ ਚੱਲ ਕੇ ਇਸੇ ਤੋਂ ਜੰਗਾਂ ਦਾ ਮੁੱਢ ਵੱਜਦਾ ਹੈ। ਤੇ ਜਦੋਂ ਭੰਗਾਣੀ ਦੇ ਜੰਗ ਦੇ ਮੈਦਾਨ ਦਾ ਨਗਾਰਾ ਵੱਜਦਾ ਨਾ, ਆਤਮਕ ਕਰਕੇ ਬਲਵਾਨ ਵੇਖੋ। ਭੀਮ ਚੰਦ ਕਹਿਲੂਰੀਆ ਕਹਿੰਦਾ ਮੈਂ ਇੱਥੋਂ ਦੀ ਬਰਾਤ ਲੈ ਕੇ ਲੰਘਣਾ, ਤੇ ਸਤਿਗੁਰ ਨੇ ਅਜੇ ਤੱਕ ਕੋਈ ਜੰਗ ਲੜੀ ਨਹੀਂ। ਉਹ 22 ਧਾਰ ਦੇ ਰਾਜਿਆਂ ਦਾ ਸਰਦਾਰ ਹੈ ਭੀਮ ਚੰਦ। ਕਈ ਮੁਗਲਈ ਰਾਜੇ ਵੀ ਉਹਦੇ ਵਿੱਚ ਆਏ ਹਨ। ਤੇ ਉੱਥੇ ਕਲਗੀਧਰ ਪਾਤਸ਼ਾਹ ਨੇ ਕਿਹਾ ਲੰਘਣਾ ਤੇ ਜੰਗ ਲੜ ਕੇ ਲੰਘ ਸਕਦੇ ਹੋ। ਜਦੋਂ ਫਿਰ ਜੰਗ ਦਾ ਨਗਾਰਾ ਵੱਜਿਆ ਨਾ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫੌਜ ਵਿੱਚ ਇੱਕ ਉਹ 500 ਸਿਪਾਹੀ ਸਨ
ਜਿਨ੍ਹਾਂ ਨੂੰ ਕਦੇ ਔਰੰਗਜ਼ੇਬ ਨੇ ਆਪਣੀ ਫੌਜ 'ਚੋਂ ਬਰਖਾਸਤ ਕੀਤਾ ਹੋਇਆ ਸੀ। ਜਦੋਂ ਇਹ ਰੋਟੀ ਤੋਂ ਆਤਰ ਹੋਏ ਤੇ ਉਦੋਂ ਰੱਬ ਦੇ ਘਰ ਵੱਲ ਬੰਦਾ ਤੁਰਦਾ, ਫਿਰ ਪੀਰ ਬੁੱਧੂ ਸ਼ਾਹ ਸਡੌਰੇ ਵਾਲੇ ਕੋਲ ਆਏ, ਕਿਉਂਕਿ ਔਰੰਗਜ਼ੇਬ ਨੇ ਐਲਾਨ ਕੀਤਾ ਸੀ ਇਹਨਾਂ ਨੂੰ ਕੋਈ ਆਪਣੇ ਕੋਲ ਨੌਕਰ ਨਾ ਰੱਖੇ, ਜੋ ਨੌਕਰ ਰੱਖੇਗਾ ਉਹ ਬਾਦਸ਼ਾਹ ਦਾ, ਸਰਕਾਰ ਦਾ ਦੁਸ਼ਮਣ ਮੰਨਿਆ ਜਾਏਗਾ। ਇਹ ਰੋਟੀਓਂ ਆਤਰ ਹੋ ਚੁੱਕੇ ਸਨ ਤੇ ਪੀਰ ਬੁੱਧੂ ਸ਼ਾਹ ਆਖਦਾ, ਇੱਕੋ ਇੱਕ ਹੀ ਨਿਡਰ ਰਹਿਬਰ ਹੈ, ਇੱਕੋ ਇੱਕ ਹੀ ਨਿਡਰ ਬਾਦਸ਼ਾਹ ਹੈ ਇਸ ਦੁਨੀਆ 'ਤੇ, ਜਿਹਨੂੰ ਕਿਸੇ ਦਾ ਡਰ ਨਹੀਂ, ਜਿਹੜਾ ਨਿਰਭਉ ਹੈ ਤੇ ਜਿਹੜਾ ਨਿਰਵੈਰ ਹੈ। ਉਸ ਤੋਂ ਇਲਾਵਾ ਤੁਹਾਨੂੰ ਕਿਸੇ ਨੇ ਰੋਜੀ ਰੋਟੀ ਦੇਣੀ ਵੀ ਨਹੀਂ। ਤੇ ਇਹਨੇ ਸਾਰੇ 500 ਨੂੰ ਲਿਆ ਕੇ ਨਾ ਤੇ ਗੁਰੂ ਗੋਬਿੰਦ ਰਾਏ ਜੀ ਦੀ ਫੌਜ ਵਿੱਚ ਭਰਤੀ ਕਰਾ ਦਿੱਤਾ ਸੀ ਪੌਂਟਾ ਸਾਹਿਬ। 500 ਉਹ ਸਨ ਤੇ 500 ਮਹੰਤ ਕਿਰਪਾਲ ਦਾਸ ਦਾ ਚੇਲਾ ਸੀ। ਪਰ ਜਦੋਂ ਪਤਾ ਲੱਗਿਆ ਹੁਣ ਭੰਗਾਣੀ ਦਾ ਯੁੱਧ ਲੜਿਆ ਜਾਣਾ, ਇਹ ਰਾਤ ਨੂੰ ਆਉਣ ਲੱਗ ਪਏ, ਮਹਾਰਾਜ ਛੁੱਟੀਆਂ ਦੇ ਦਿਓ, ਕੋਈ ਮਾਂ ਬਿਮਾਰ, ਕੋਈ ਹੋਰ ਬਹਾਨਾ। ਕਲਗੀਧਰ ਪਾਤਸ਼ਾਹ ਮਹਾਰਾਜ ਕਹਿੰਦੇ ਤਨਖਾਹ ਤੁਹਾਡੀ ਦੁੱਗਣੀ ਕਰ ਦਿੱਤੀ ਜਾਂਦੀ ਹੈ, ਪਰ ਤੁਸੀਂ ਜੰਗ ਤੋਂ ਬਾਅਦ ਜਾਇਓ, ਇਸੇ ਵਾਸਤੇ ਤੁਹਾਨੂੰ ਭਰਤੀ ਕੀਤਾ ਸੀ। ਰਾਤ ਨੂੰ 500 ਚੋਂ 300 ਭਗੌੜਾ ਹੋ ਗਿਆ। ਸਤਿਗੁਰ ਨੇ ਵੇਖਿਆ ਜਿਹੜਾ 200 ਰਹਿ ਗਿਆ ਨਾ, ਕਾਲੇ ਖਾਂ ਵਗੈਰਾ, ਹਿਆਦ ਖਾਨ ਭੱਜ ਗਿਆ। ਸਤਿਗੁਰ ਕਹਿੰਦੇ ਕਾਲੇ ਖਾਨਾ ਤੂੰ ਨਹੀਂ ਗਿਆ? ਕਹਿੰਦਾ ਮਹਾਰਾਜ ਉਹਨਾਂ ਨੂੰ ਕੋਈ ਸਹਾਰਾ ਹੋਏਗਾ, ਪਰ ਮੈਨੂੰ ਕੋਈ ਤੁਹਾਡੇ ਤੋਂ ਬਿਨਾਂ ਸਹਾਰਾ ਹੀ ਕੋਈ ਨਹੀਂ ਸੀ। ਸਤਿਗੁਰ ਜੰਗੀ ਨੀਤੀ ਦੇ ਕਿੱਡੇ ਮਾਹਿਰ ਸਨ ਕਿ ਸਤਿਗੁਰਾਂ ਵਿਚਾਰਿਆ ਕਿਤੇ ਐਸਾ ਨਾ ਹੋਵੇ ਕਿ ਪਹਿਲਾਂ ਹੀ ਮਿਲ ਕੇ ਆਏ ਹੋਣ ਔਰੰਗਜ਼ੇਬ ਨਾਲ, ਕਿ ਇਹਨਾਂ ਨੂੰ ਪਤਾ ਲੱਗ ਗਿਆ ਸਾਡੇ ਬਾਰੇ, ਸਾਡੇ ਕੋਲ ਕੀ ਹਥਿਆਰ, ਕਿਵੇਂ ਦੇ ਸਿੰਘ ਆ, ਤੇ 300 ਉੱਧਰੋਂ ਦੁਸ਼ਮਣ ਵੱਲੋਂ ਆ ਜਾਣ ਤੇ 200 ਇੱਧਰੋਂ ਮਿਲ ਜਾਣ। ਸਤਿਗੁਰ ਕਹਿੰਦੇ ਤੁਹਾਨੂੰ ਅਸੀਂ ਆਪਣੀ ਖੁਸ਼ੀ ਨਾਲ ਛੁੱਟੀਆਂ ਦਿੱਤੀਆਂ, ਜਾਓ ਤੁਸੀਂ। ਦੇਖੋ ਮਾਨਸਿਕ ਤੌਰ 'ਤੇ ਆਤਮਾ ਕਰਕੇ ਗੁਰੂ ਸਾਹਿਬ ਕਿੱਡੇ ਬਲਵਾਨ ਹਨ। ਅਜੇ ਤੱਕ ਕੋਈ ਵੱਡੀ ਜੰਗ ਲੜੀ ਨਹੀਂ ਤੇ ਇੱਕ ਪਾਸੇ ਪਹਾੜੀਆਂ ਨਾਲ ਤੇ ਔਰੰਗਜ਼ੇਬ ਨਾਲ ਟੱਕਰ ਹੈ, 17 ਕੁ ਸਾਲ ਦੀ ਉਮਰ ਹੈ ਤੇ 300 ਭਗੌੜਾ ਹੋ ਗਿਆ ਤੇ 200 ਨੂੰ ਛੁੱਟੀਆਂ ਦੇ ਰਹੇ ਵੀ ਜਾਓ ਤੁਸੀਂ ਵੀ। ਇੱਥੇ ਮੈਸੇਜ ਕੀ ਮਿਲਦਾ ਹੈ ਕਿ ਫੌਜ ਦੇ ਵਿੱਚ, ਉਹ ਖਾਲਸਾ ਫੌਜ ਸੀ, ਇੰਡੀਅਨ ਆਰਮੀ ਫੌਜ, ਫੌਜ ਦੇ ਵਿੱਚ ਮਤ ਇਹ ਕੋਈ ਮਾਣ ਕਰ ਬੈਠੇ ਕਿ ਫੌਜ ਮੇਰਾ ਕਰਕੇ ਹੀ ਆ, ਜੇ ਮੈਂ ਚਲਾ ਜਾਵਾਂਗਾ ਸ਼ਾਇਦ ਇਹ ਯੂਨਿਟ ਨਹੀਂ ਚੱਲਣੀ, ਸ਼ਾਇਦ ਇਹ ਫੌਜ ਨਹੀਂ ਚੱਲੇਗੀ। ਇਹ ਫੌਜ ਸਾਡਾ ਕਰਕੇ ਨਹੀਂ, ਅਸੀਂ ਫੌਜ ਕਰਕੇ ਹਾਂ। ਇਹ ਫੌਜ ਕਰਕੇ ਸਾਡਾ ਪਰਿਵਾਰ 2-2 3-3 ਪੀੜ੍ਹੀਆਂ ਪਲ ਰਹੀਆਂ, ਬੱਚਿਆਂ ਪਰਿਵਾਰਾਂ ਤੱਕ ਦੇਖਿਆ ਜਾ ਰਿਹਾ। ਇਹੀ ਮੈਸੇਜ ਗੁਰੂ ਗੋਬਿੰਦ ਸਿੰਘ ਨੇ ਦਿੱਤਾ ਸੀ ਕਿ ਤੁਸੀਂ ਇਹ ਨਾ ਸੋਚੋ ਕਿ ਸਾਡਾ ਕਰਕੇ ਇਹ ਖਾਲਸਾ ਅਕਾਲ ਪੁਰਖ ਕੀ ਫੌਜ ਆ, ਜਾਓ ਤੁਸੀਂ ਚਲੇ ਜਾਓ। ਮੱਚੀ ਹੋਈ ਜੰਗ ਦੇ ਵਿੱਚੋਂ 300 ਦਾ ਭਗੌੜੇ ਹੋ ਜਾਣਾ, 200 ਨੂੰ ਛੁੱਟੀਆਂ ਦੇ ਦੇਣੀਆਂ। ਤੇ ਜਦੋਂ ਗਏ ਮਹੰਤਾਂ ਦੇ ਡੇਰੇ ਵੱਲ ਤੇ 500 ਮਹੰਤਾਂ ਦਾ ਚੇਲਾ ਵੀ ਭੱਜ ਗਿਆ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮਹੰਤ ਜੀ ਤੁਸੀਂ ਕਿਉਂ ਨਹੀਂ ਗਏ? ਕਿਰਪਾਲ ਦਾਸ ਜੀ ਬੈਠੇ, ਕਹਿੰਦੇ ਮਹਾਰਾਜ ਮੇਰਾ ਹੈ ਹੀ ਕੋਈ ਨਹੀਂ, ਮੈਂ ਕਿੱਥੇ ਜਾਵਾਂ, ਮੇਰਾ ਘਰ ਹੀ ਹੈ, ਤੁਸੀਂ ਹੋ। ਸਤਿਗੁਰ ਕਹਿੰਦੇ ਤੁਸੀਂ ਮਹੰਤਾਂ ਦੀ ਜੜ ਰੱਖ ਲਈ, ਨਹੀਂ ਤੇ ਅੱਜ ਤੋਂ ਮਹੰਤ ਵੀ ਖਤਮ ਹੋ ਜਾਣੇ ਸੀ। ਫਿਰ ਜਦੋਂ ਜੰਗ ਮੱਚਿਆ ਨਾ, ਮੱਚੇ ਹੋਏ ਜੰਗ ਦੇ ਵਿੱਚ 500 ਮਰੀਦ ਲੈ ਕੇ, ਆਪਣੇ ਪੁੱਤਰ ਲੈ ਕੇ ਸਡੌਰੇ ਵਾਲਾ ਪੀਰ ਆ ਕੇ ਚੂੰਝ ਪਿਆ, ਔਰ ਉੱਥੇ 500 ਚੋਂ 250 ਚੇਲਾ ਸ਼ਹੀਦ ਹੋਇਆ ਤੇ 2 ਪੁੱਤਰ ਸ਼ਹੀਦ ਹੋਏ ਉੱਥੇ। ਪਰ ਜਦੋਂ ਫਿਰ ਗੁਰੂ ਗੋਬਿੰਦ ਸਿੰਘ ਜੰਗੇ ਮੈਦਾਨ ਗਏ ਨਾ, ਤੇ ਸਤਿਗੁਰਾਂ ਨੇ ਜਾਂਦਿਆਂ ਵੇਖਿਆ ਰਾਜਾ ਹਰੀਚੰਦ ਹੰਡੂਰੀਏ ਨੇ ਐਲਾਨ ਕੀਤਾ ਸੀ। ਉਹਨਾਂ ਹੰਡੂਰੀਆ ਉਦੋਂ ਬੁਲਾਉਂਦੇ ਸੀ ਜਦੋਂ ਜੰਗ 'ਚ ਹਾਰ ਹੁੰਦੀ ਸੀ। ਰਾਜਾ ਹਰੀਚੰਦ ਹੰਡੂਰੀਆ ਆਉਂਦਿਆਂ ਹੀ ਮਿੰਟਾਂ ਸਕਿੰਟਾਂ 'ਚ ਹੀ ਜੰਗ ਫਤਿਹ ਹੋ ਜਾਂਦਾ ਸੀ। ਉਹਦਾ ਕੋਈ ਵਾਰ ਨਹੀਂ ਸੀ ਖਾਲੀ ਜਾਂਦਾ, ਬੜਾ ਬਹਾਦਰ ਰਾਜਾ ਮੰਨਿਆ ਜਾਂਦਾ ਸੀ। ਹੰਡੂਰੀਆ ਕਹਿੰਦਾ ਸਿੱਖੋ ਮੈਂ ਤੁਹਾਡੇ ਨਾਲ ਜੰਗ ਨਹੀਂ ਲੜਨੀ, ਮੈਂ ਤੁਹਾਡੇ ਗੁਰੂ ਨਾਲ ਜੰਗ ਲੜਨੀ ਆ।
ਉਹਦੀ 17 ਕੁ ਸਾਲ ਦੀ ਉਮਰ ਹੈ, ਉਹਨੇ ਕੋਈ ਜੰਗ ਲੜੀ ਨਹੀਂ ਤੇ ਮੈਂ ਕੋਈ ਜੰਗ ਹਾਰੀ ਨਹੀਂ, ਕਿਉਂ ਬਗਾਨੇ ਪੁੱਤ ਮਰਵਾਰਿਆ ਬੁਲਾਓ। ਗੁਰੂ ਗੋਬਿੰਦ ਸਿੰਘ ਮਹਾਰਾਜ ਆਏ ਜੰਗੇ ਮੈਦਾਨ। ਭਾਵੇਂ ਕਿ ਉਹਨਾਂ ਮੂਰਖਾਂ ਨੂੰ ਇਸ ਗੱਲ ਦੀ ਸੋਝੀ ਨਹੀਂ ਪਈ ਕਿ ਜਿਹੜਾ ਗੁਰੂ ਮਹੰਤ ਕਿਰਪਾਲ ਦਾਸ ਕੋਲੋਂ ਹਿਆਤ ਖਾਂ ਜਰਨੈਲ ਨੂੰ ਮਰਵਾ ਸਕਦਾ। ਮਹੰਤ ਕਿਰਪਾਲ ਦਾਸ ਆਇਆ ਨਾ ਪਹਿਲਾਂ, ਮਹਾਰਾਜ ਮੈਨੂੰ ਹੁਕਮ ਕਰੋ, ਮੈਂ ਕਿਹੜਾ ਸ਼ਸਤਰ ਲੈ ਕੇ ਲੜਾਂ। ਮਹਾਰਾਜ ਕਹਿੰਦੇ ਤੁਸੀਂ ਸਲੋਤਰ ਰੱਖਦੇ ਹੋ, ਉਹਨਾਂ ਕੋਲ ਡੰਡਾ, ਉਸੇ ਨਾਲ ਲੜੋ। ਤੇ ਜਦੋਂ ਗਏ ਹਿਆਤ ਖਾਨ ਨੂੰ ਵੰਗਾਰਿਆ। ਹਿਆਤ ਖਾਨ ਹੱਸ ਪਿਆ ਰਹਿੰਦਾ ਤੇ ਇੱਥੇ ਹੀ ਸੀ, ਰੋਜ਼ ਪ੍ਰਸ਼ਾਦ ਛਕਦਾ ਸੀ ਦੇਗਾ। ਕਹਿੰਦਾ ਬਾਬਾ ਤੇਰਾ ਕੜਾਹ ਖਾਣ ਵਾਲਾ ਬੰਦਾ, ਤੂੰ ਕਿੱਥੇ ਆ ਗਿਆ ਕਿਰਪਾਨ ਨਾਲ ਤੋਂ ਮਰਨ ਵਾਸਤੇ ਇੱਥੇ ਡੰਡਾ ਲੈ ਕੇ। ਕਹਿੰਦੇ ਤੂੰ ਕਰ ਵਾਰ ਪਹਿਲਾਂ। ਕਹਿੰਦਾ ਨਹੀਂ ਤੂੰ ਕਰ ਲਾ, ਤੈਨੂੰ ਮੌਕਾ ਨਹੀਂ ਮਿਲਣਾ ਫਿਰ। ਤੇ ਬਾਬਾ ਕਹਿੰਦਾ ਨਹੀਂ, ਮੇਰੇ ਗੁਰੂ ਦਾ ਹੁਕਮ ਪਹਿਲਾ ਵਾਰ ਕਰਨ ਦਾ ਨਹੀਂ ਹੈ। ਪਹਿਲਾ ਵਾਰ ਕੀਤਾ ਹਿਆਤ ਖਾਨ ਨੇ ਤੇ ਬਾਬੇ ਕਿਰਪਾਲ ਦਾਸ ਨੇ ਉਹਨੂੰ ਸਲੋਤਰ ਤੇ ਡੰਡੇ ਤੇ ਰੋਕਿਆ ਤੇ ਫਿਰ ਡੰਡਾ ਘੁਮਾ ਕੇ ਨਾ ਇਸ ਤਰ੍ਹਾਂ ਸਿਰ ਦੇ ਉੱਤੋਂ ਦੀ, ਕਹਿੰਦੇ ਹਿਆਤ ਖਾਨਾ ਵਾਰ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਕਰੀਦਾ, ਘੁਮਾ ਕੇ ਸਿਰ 'ਚ ਮਾਰਿਆ ਤੇ ਫਟ ਗਿਆ ਸਿਰ, ਮਿੱਝ ਬਾਹਰ ਨਿਕਲ ਗਈ। ਗੁਰੂ ਗੋਬਿੰਦ ਸਿੰਘ ਮਹਾਰਾਜ ਜਫਰਨਾਮੇ ਅੰਦਰ ਲਿਖਦੇ ਹਨ, ਬਾਬੇ ਮਹੰਤ ਕਿਰਪਾਲ ਦਾਸ ਨੇ ਹਿਆਤ ਖਾਨ ਦਾ ਸਿਰ ਇਉਂ ਫੋੜਿਆ ਜਿਵੇਂ ਸ੍ਰੀ ਕ੍ਰਿਸ਼ਨ ਜੀ ਨੇ ਮੱਖਣ ਵਾਲੀ ਮਟਕੀ ਫੋੜੀ ਹੁੰਦੀ ਹੈ। ਫਿਰ ਆ ਗਿਆ ਲਾਲ ਚੰਦ ਹਲਵਾਈ। ਮਹਾਰਾਜ ਮੈਂ ਕਿਹੜਾ ਸ਼ਸਤਰ ਲੈ ਕੇ ਲੜਾਂ। ਸਤਿਗੁਰ ਕਹਿੰਦੇ ਸ਼ਸਤਰ ਉਹੀ ਜਿਹੜਾ ਰੋਜ਼ ਹੱਥਾਂ 'ਚ ਨੱਚਦਾ ਹੋਵੇ, ਜਿਹੜਾ ਕਦੇ ਪਕੜਿਆ ਨਾ ਹੋਵੇ, ਉਹ ਕਿਵੇਂ ਚਲਾਓਗੇ। ਕਹਿੰਦੇ ਤੂੰ ਪਲਟਾ ਹੀ ਰੋਜ਼ ਚਲਾਉਣਾ, ਪਲਟਾ ਲੈ ਕੇ ਆ। ਉਹਨੇ ਪਲਟੇ ਨਾਲ ਹੀ ਕਈਆਂ ਦੇ ਸਿਰ ਫੋੜ ਦਿੱਤੇ ਸੀ। ਭਾਵ ਇਹ ਕੌਨਫੀਡੈਂਸ ਦੀ ਗੱਲ ਹੈ। ਤੁਹਾਡੇ ਹੱਥ ਵਿੱਚ ਜੇ ਰੋਜ਼ ਇਨਸਾਸ ਨੱਚਦੀ ਹੈ ਨਾ, ਤੇ ਅੱਜ ਤੁਸੀਂ ਕਹੋਗੇ ਕਿ ਦੂਸਰਾ ਹਥਿਆਰ ਮੈਂ ਲੈ ਲਵਾਂ, ਚਲਾ ਲਵਾਂਗੇ, ਪਰ ਜ਼ਿਆਦਾ ਕੌਨਫੀਡੈਂਸ ਉਹਦਾ ਹੁੰਦਾ ਜਿਹੜਾ ਬੰਦਾ ਯੂਜ਼ ਕਰਦਾ ਹੋਵੇ ਰੋਜ਼। ਤੇ ਜੰਗ ਹੁੰਦੀ ਕੌਨਫੀਡੈਂਸ ਦੀ ਹੈ। ਜਿਹਦਾ ਸੈਲਫ ਕੌਨਫੀਡੈਂਸ ਹੋਵੇਗਾ ਉਹੀ ਹਮੇਸ਼ਾ ਜੇਤੂ ਹੁੰਦਾ। ਮਨ ਜੀਤੇ ਜਗ ਜੀਤ। ਜਿੱਡੇ ਮਰਜ਼ੀ ਹਥਿਆਰ ਹੋਣ, ਜੇ ਮਨ 'ਤੇ ਕਾਬੂ ਨਹੀਂ ਪਾਇਆ ਤੇ ਜਿੱਤ ਨਹੀਂ ਹੋ ਸਕਦੀ। ਇਸ ਕਰਕੇ ਇੱਥੋਂ ਆਤਮਿਕ ਸ਼ਕਤੀ ਸਾਨੂੰ ਪ੍ਰਦਾਨ ਹੋਇਆ ਕਰਦੀ ਹੈ। ਫਿਰ ਗੁਰੂ ਗੋਬਿੰਦ ਸਿੰਘ ਆਏ ਸਾਹਮਣੇ, ਕਹਿੰਦੇ ਮੈਦਾਨ ਖਾਲੀ ਕਰ ਦਿਓ। ਕਹਿੰਦੇ ਹਰੀ ਚੰਦਾ ਜੇ ਤੂੰ ਮੈਨੂੰ ਮਾਰ ਦਿੱਤਾ ਤੇ ਜੇਤੂ ਤੂੰ ਹੋਏਗਾ, ਜੰਗ ਫਤਿਹ ਹੋ ਜਾਏਗੀ। ਜੇ ਅਸਾਂ ਤੈਨੂੰ ਖਤਮ ਕਰ ਦਿੱਤਾ ਤਾਂ ਵੀ ਜੰਗ ਫਤਿਹ ਹੋਏਗੀ। ਉਸ ਤੋਂ ਬਾਅਦ ਖੂਨ ਖਰਾਬਾ ਖਤਮ ਹੋ ਜਾਏਗਾ, ਆਪਸ ਦੇ ਵਿੱਚ ਵਾਰਤਾਲਾਪ ਹੋਗੀ। ਸਤਿਗੁਰੂ ਕਹਿੰਦੇ ਕਰ ਵਾਰ ਹਰੀ ਚੰਦਾ। ਦੇਖੋ ਕਿ ਆਤਮਕ ਕਿੰਨੇ ਬਲਵਾਨ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ। ਅਜੇ ਪਹਿਲੀ ਜੰਗ ਹੈ ਵੱਡੀ, ਕਹਿੰਦੇ ਕਰ ਵਾਰ ਪਹਿਲਾ। ਹਾਲਾਂਕਿ ਗੁਰੂ ਸਾਹਿਬ ਦੇ ਭੂਆ ਦੇ ਪੁੱਤ ਜੀਤਮਲ ਤੇ ਸੰਗੋ ਸ਼ਾਹ ਵੀ ਸ਼ਹੀਦੀਆਂ ਪਾ ਚੁੱਕੇ ਸਨ। ਸਤਿਗੁਰੂ ਕਹਿੰਦੇ ਕਰ ਵਾਰ। ਕਹਿੰਦਾ ਨਹੀਂ ਪਹਿਲਾਂ ਤੁਸੀਂ ਕਰੋ, ਮੈਂ ਕਰ ਲਿਆ, ਤੁਹਾਨੂੰ ਵਾਰ ਕਰਨ ਦਾ ਮੌਕਾ ਨਹੀਂ ਮਿਲਣਾ। ਗੁਰੂ ਗੋਬਿੰਦ ਸਿੰਘ ਮਹਾਰਾਜ ਆਖਦੇ ਆ ਮੇਰੇ ਰੱਬ ਦਾ ਜੋ ਹੁਕਮ ਹੈ, ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਮੇਰੇ ਪਿਤਾ ਜੀ ਦਾ ਹੁਕਮ ਹੈ ਪੈ ਕਾਹੂ ਕੋ ਦੇਤ ਨਹਿ ਪੈ ਮਾਨਤ ਆਨ। ਨਾ ਕਿਸੇ ਨੂੰ ਡਰ ਦੇਣਾ, ਨਾ ਡਰ ਮੰਨਣਾ। ਪਹਿਲਾ ਵਾਰ ਨਹੀਂ ਕਰਨਾ, ਤੂੰ ਕਰ ਪਹਿਲਾ ਵਾਰ। ਪਹਿਲਾ ਵਾਰ ਕੀਤਾ ਉਹਨੇ, ਗੁਰੂ ਗੋਬਿੰਦ ਸਿੰਘ ਦੇ ਘੋੜੇ ਦੇ ਮੱਥੇ ਵਿੱਚ ਤੀਰ ਮਾਰਿਆ। ਸਤਿਗੁਰਾਂ ਨੇ ਆਸ ਤੇ ਜੇ ਥੋੜੀ ਜਿਹੀ ਲਗਾਮ ਖਿੱਚੀ, ਗਰਦਨ ਸਾਈਡ ਨੂੰ ਹੋਈ ਤੇ ਤੀਰ ਆ ਕੇ ਜਿਹੜੀ ਗਰਦਨ ਥੱਲੇ ਝਲਕਦੀ ਹੋਈ ਝਾਲਰ ਹੁੰਦੀ ਨਾ ਮਾਸ, ਉਹਦੇ 'ਚ ਆ ਲੱਗਿਆ। ਕੋਈ ਨੁਕਸਾਨ ਹੋਇਆ ਨਹੀਂ। ਹੰਡੂਰੀਆ ਰਾਜਾ ਬੜਾ ਹੀ ਘਬਰਾਇਆ ਕਿ ਹੁਣ ਪਤਾ ਨਹੀਂ ਇਹ ਮੈਨੂੰ ਛੱਡਣ ਕਿ ਨਾ ਛੱਡਣ। ਫਿਰ ਸੋਚਦਾ ਕਿਤੇ ਗਲਤੀ ਹੋ ਗਈ ਆ, ਇਹੋ ਹੀ ਤੀਰ ਗੋਬਿੰਦ ਦੇ ਮੱਥੇ 'ਚ ਮਾਰਨਾ ਚਾਹੀਦਾ ਸੀ, ਕਿਤੇ ਨਾ ਕਿਤੇ ਲੱਗ ਹੀ ਜਾਣਾ ਸੀ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਹਰੀ ਚੰਦਾ ਸ਼ੰਕਾ ਲੈ ਕੇ ਨਾ ਚਲਿਆ ਜਾਵੀਂ, ਇੱਕ ਵਾਰ ਹੋਰ ਕਰ ਲੈ। ਕਦੇ ਜੰਗ ਦੇ ਮੈਦਾਨ ਵਿੱਚ ਕੋਈ ਜਰਨੈਲ ਇੱਕ ਮੌਕਾ ਵੀ ਨਹੀਂ ਦਿੰਦਾ ਕਿਸੇ ਨੂੰ, ਗੁਰੂ ਗੋਬਿੰਦ ਸਿੰਘ ਨੇ ਦੂਸਰਾ ਮੌਕਾ ਦੇ ਦਿੱਤਾ। ਅੰਦਰ ਹੀ ਅੰਦਰ ਬੜਾ ਖੁਸ਼ ਹੁੰਦਾ, ਸੋਚਦਾ ਇਹ ਫਕੀਰ, ਇਹ ਸਾਧ ਬੜਾ ਭੋਲਾ, ਇਹਨੂੰ ਪਤਾ ਹੀ ਨਹੀਂ ਆ ਕਿ ਜੰਗ ਦੇ ਮੈਦਾਨ 'ਚ ਤੇ ਇੱਕ ਮੌਕਾ ਨਹੀਂ ਦੇਦਾ, ਇਹਨੇ ਦੋ ਦੇ ਦਿੱਤੇ। ਇਹਨੇ ਫਿਰ ਤੀਰ ਮਾਰਿਆ ਗੁਰੂ ਗੋਬਿੰਦ ਸਿੰਘ ਦੇ ਮਸਤਕ ਵਿੱਚ। ਉਹ ਦਸਤਾਰ ਦੇ ਸਾਈਡ 'ਤੇ ਲੱਗ ਕੇ ਉੱਥੇ ਉਹਦੀ ਪਾਵਰ ਖਤਮ ਹੋ ਗਈ।
क्योंकि गुरमुखो पग जिहड़ी है ना दस्तार ये शान तो है ही है, नाले गर्मी तो बचाउंदी है, सर्दी तो भी बचाउंदी है। पग बज्जी होवे ना चंगी तरह वधिया 7.25 मीटर की पग, ब्रैसट भी आके लग जावे ना पगड़ी दे उत्ते ते गारंटी है एक गोली भी अंदर नहीं लंघ सकती। पग बज्जी होवे ब्रैसट लग जावे आके एक गोली भी पग नूं क्रॉस नहीं कर सकती, क्योंकि जे पग दे अंदर गोली लगदी हुंदी ना अंग्रेज कदे पग की इजाजत ना देंदे, बालरा ते खेरू स्कूल कदे पगड़ी की इजाजत ना देंदे। एक भी ऐसा केस नहीं हुण तक कि पग विच गोली लगी होवे ते बंदा खत्म हो गया होवे, क्योंकि जिहड़ा बुलट प्रूफ पटका हुंदा ना जां बुलट प्रूफ जैकट हुंदी आ ਉਹਦੇ ਵਿੱਚ 7 ਲੇਅਰਾਂ ਹੁੰਦੀਆਂ ਪਤਲੀਆਂ ਪਤਲੀਆਂ ਕੱਪੜੇ ਦੀਆਂ, ਤੇ ਉੱਪਰ ਉਹਦੇ ਇੱਕ ਮੈਟਰ ਚਾੜਿਆ ਹੁੰਦਾ ਕਿ ਗੋਲੀ ਉੱਪਰ ਲੱਗ ਜਾਵੇ ਤੇ ਸਲਿੱਪ ਕਰ ਜਾਵੇ, ਪਰ ਜੇ ਅੰਦਰ ਚਲੇ ਜੋ 7 ਲੇਅਰਾਂ 'ਚ ਜਾਂਦੀ ਜਾਂਦੀ ਗੋਲੀ ਠੰਡੀ ਹੋ ਜਾਵੇ ਤੇ ਅਗਲੇ ਪਾਸੇ ਦੂਜੀ ਪਰਤ ਫੇਰ ਹੁੰਦੀ ਉਹ ਫਿਰ ਉਹਨੂੰ ਰੋਕ ਲਵੇ, ਦੋਵੇਂ ਪਾਸਿਓਂ ਕਵਰ ਕੀਤਾ ਹੁੰਦਾ ਉਹਨੂੰ। ਜਿਹੜੀ ਪਲੇਟ ਹੁੰਦੀ ਨਾ ਬੁਲਟ ਪ੍ਰੂਫ ਪਲੇਟ ਉਹਦੇ 7 ਲੇਅਰਾਂ ਹੁੰਦੀਆਂ ਕੱਪੜੇ ਦੀਆਂ, तो इत्थे ते पता नहीं किन्ने पेज आ जाते किन्ना कपड़ा आ जाता, इस करके वो गुरु गोबिंद सिंह महाराज का कोई नुकसान नहीं होया पगड़ी च तीर लगन करके। फिर सोचदा किते हुण मौका मिले ना, 2 गलतियां ते कर बैठा, मैनू मौका मिलता तो मैं गोबिंद सिंह दे पेट च ही तीर मारना सी, नाभि च तीर मारना सी। घोड़े के मत्थे च मारिया ने घोड़े की लगाम घुमा दी, ये च मारिया ने अपना सिर घुमा लिया, पर पेट कित्थे घुमा लूगा। ते गुरु गोबिंद सिंह महाराज हस पे, अंतरजामी पुरख बदाते शरदा मन की पूरे। अंतरजामी दाता जी कहते हरी चंदा किते वहम लैके दुनिया तो चलिया ना जावी, कोई शंका लैके जा एक मौका होर दिता, एक बार होर कर ला। कहंदा लै हुण नहीं खाली वार जांदा, हुण फिर निशाना खिच के मारिया इहने ते ओह लगा सतगुरां दे आके नाभि दे विच, पर गुरु साहब ने कमर कस्सा बन्निया सी, ओह भी कपड़े दा, पग भी कपड़ा हुंदा ते कमर कस्से दे विच तीर लग के माड़ी जी चुंझ लगी। सतगुर महाराज कहंदे थोड़ी जी चुंझ चुभी, कछ घाओ ना आयो, कोई जख्म नहीं आया। पर फिर गुरु साहब कहते जबे बाण लाग्यो तबे रोस जागियो। जिन्हों आपां स्ट्रैस कहने ये पॉजिटिव स्ट्रैस है, एक नैगेटिव स्ट्रैस हुंदी आ, गोली लग गई तो डिग पैना बस मर गया। पॉजिटिव स्ट्रैस हुंदी आ हुण मैं कुछ करके दिखाउणा। ते गुरु गोबिंद सिंह महाराज कहते जबे बाण लाग्यो तबे रोस जाग्यो। दुश्मन नूं 3 मौके जंग दे मैदान विच दिते गुरु गोबिंद सिंह ने। कवि करतार सिंह बलगण दे जदों शब्द पढ़दे ना, चिड़ियां जिस दियां बाजां ते होण भारू, ओहदे ਸਿੰਘਾਂ दी किड्डी कू शान होसी, 1.25 ਲੱਖ नाल एक लड़ाण वाला कलगीधर खुद किड्डा कू बलवान होसी। हुण तक असीं आत्मिक तौर ते बलवान की गल कर रहे हैं, हुण सरीरक तौर ते किड्डे बलवान हन गुरु गोबिंद सिंह महाराज। वो कहंदे हरी चंदा तैनूं ते बड़ा वड्डा योधा कहंदे सी, तैनूं चलाउणा ते गल दूर दी, तैनूं ते तीर कमान पकड़ना ही नहीं आया अजे। वार इस तरह नहीं, वार इस तरह करीदा, हुण संभल फिर। ते उहने ना सिर तो लैके पैरां तक सारा शरीर लोहे दियां संजोआं नाल मढ़िया होया सी, सारा लोहे च मढ़िया सी। 2 अखां दे सराग सी, एक मूँह दा सराग सी। ते ओह बड़ा खिड़खड़ा के हस्या कि तीर कित्थे मारेगा, मैं तो लोहे च मढ़िया पिया। जदों हस्या ना वक्त विचारे सो बंदा होए, गुरु ग्रंथ साहब दे शब्द हन। कलगीधर पिता ने वक्त विचारिया ते हसदे होए दे मूँह विच तीर मारिया ते पिछों खोपड़ नूं पाड़ के पछाण निकल गया।
ਇੱਥੇ ਹਰੀਚੰਦ ਹੰਡੂਰੀਏ ਦੀ ਮੌਤ ਹੋਈ। ਸੋ ਇਸ ਕਰਕੇ ਗੁਰਮੁਖ ਪਿਆਰਿਓ, ਵਕਤ ਨੂੰ ਵਿਚਾਰ ਕੇ ਏਡੇ ਵੱਡੇ ਬਲਵਾਨ ਯੋਧੇ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਆਪਾਂ ਸਤਿਗੁਰ ਨੂੰ ਦਾ ਪੂਰਾ ਇਤਿਹਾਸ ਤੇ ਨਹੀਂ ਬਿਆਨ ਕਰ ਸਕਦੇ, ਪੂਰਿਆਂ ਦੀ ਵਡਿਆਈ ਅਧੂਰੇ ਤੇ ਨਹੀਂ ਕਹਿ ਸਕਦੇ, ਪਰ ਕੋਸ਼ਿਸ਼ ਜਿੰਨੀ ਕੁ ਗੁਰੂ ਕਿਰਪਾ ਕਰਨ ਕੋਸ਼ਿਸ਼ ਕਰ ਰਹੇ ਹਾਂ ਕਿ ਜਦੋਂ ਸਤਿਗੁਰੂ ਜੀ ਮਹਾਰਾਜ, ਅੱਜ ਦਾ ਮੇਰਾ ਵਿਸ਼ਾ ਇਹੀ ਹੈ ਕਿ ਕਲਗੀਧਰ ਖੁਦ ਕਿੱਡਾ ਕੁ ਬਲਵਾਨ ਹੋ ਸੀ। ਜਦੋਂ ਮਾਤਾਵਾਂ ਨੇ ਆ ਕੇ ਪੁੱਛਿਆ ਸਾਡੇ ਪੁੱਤਰ ਕਿੱਥੇ ਆ, ਤੇ ਕੱਲ ਆਪਾਂ ਜ਼ਿਕਰ ਕਰ ਰਹੇ ਸੀ ਨਾ ਕਿ ਆਤਮਿਕ ਤੌਰ ਤੇ ਏਡੇ ਬਲਵਾਨ ਸਨ, ਆਖਦੇ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ। ਚਾਰ ਪੁੱਤ ਖਾਲਸੇ ਪੁੱਤਰਾਂ ਤੋਂ ਵਾਰੇ ਮੈਂ, ਤੇ ਨਾਲ ਹੀ ਕਹਿੰਦੇ ਚਾਰ ਮੂਏ ਤੋਂ ਕਿਆ ਹੋਇਆ, ਫਿਰ ਕੀ ਹੋਇਆ, ਚਾਰ ਮਰ ਗਏ। ਤੇ ਇੱਥੇ ਕਿਸੇ ਜੀ ਦੀ ਮੌਤ ਹੋ ਜਾਵੇ ਨਾ ਤੇ ਕਈ ਸਾਲ ਨਹੀਂ ਬੰਦਾ ਭੁੱਲਦਾ। ਦੂਸਰੇ ਦੀ ਚਿਖਾ ਬਲਦੀ ਵੇਖੀਏ ਤੇ ਆਪਣਿਆਂ ਦੀ ਚਿਖਾ ਬਲਦੀ ਯਾਦ ਆ ਜਾਂਦੀ ਤੇ ਨੇਤਰ ਸੇਜਲ ਹੋ ਜਾਂਦੇ ਆ। ਪਰ ਕਲਗੀਧਰ ਪਾਤਸ਼ਾਹ ਜੰਗਾਂ ਦੇ ਮੈਦਾਨਾਂ 'ਚੋਂ ਜੂਝਦੇ ਹੋਏ ਆਏ ਸਨ, ਅਜੇ ਪੁੱਤਰ ਸ਼ਹੀਦ ਕਰਵਾ ਕੇ ਆਏ ਸੀ, ਤਾਂ ਕਹਿੰਦੇ ਚਾਰ ਮੂਏ ਤੋਂ ਕਿਆ ਹੋਇਆ, ਆਤਮਿਕ ਤੌਰ ਤੇ ਬਲਵਾਨ। ਕਹਿੰਦੇ ਜੀਵਤ ਕਈ ਹਜ਼ਾਰ, ਆ ਮੇਰਾ ਖਾਲਸਾ ਪੁੱਤਰ, ਹਜ਼ਾਰਾਂ ਪੁੱਤਰ ਮੇਰੇ ਜਿਉਂਦੇ ਹਨ। ਫਿਰ ਸਤਿਗੁਰ ਮਹਾਰਾਜ ਜੀ ਏਡੇ ਵੱਡੇ ਬਲਵਾਨ ਯੋਧੇ ਸਨ। ਮੈਂ ਆਪਦੇ ਨਾਲ ਕੱਲ ਪਰਸੋਂ 2 ਦਿਨ ਇਹ ਵਿਚਾਰ ਕਰਾਂਗਾ। ਸਾਬੋ ਕੀ ਤਲਵੰਡੀ ਸਤਿਗੁਰਾਂ ਨੇ 48 ਸਿੰਘਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਅਰਥ ਵੀ ਪੜ੍ਹਾਏ ਤੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੀ ਕਰਾਈ। ਫਿਰ ਨੰਦੇੜ ਸਾਹਿਬ ਜਾ ਕੇ ਗੁਰਤਾ ਗੱਦੀ ਦਿੱਤੀ। ਹੈਦਰਾਬਾਦ ਦੇ ਨਿਯਾਮਾਂ ਨੇ ਨਾ, ਵਪਾਰੀਆਂ ਨੇ ਗੁਰੂ ਗੋਬਿੰਦ ਸਿੰਘ ਨੂੰ ਇੱਕ ਧਨੁਸ਼ਬਾਨ ਭੇਟ ਕੀਤਾ ਹੋਇਆ ਸੀ। ਜਿਹੜਾ ਕੋਈ ਵੀ ਰਹਿਬਰ ਹੁੰਦਾ ਨਾ, ਜਿਹੜਾ ਕੋਈ ਵੀ ਭਗਤੀ ਤੇ ਸ਼ਕਤੀ ਦਾ ਮਾਲਕ ਹੁੰਦਾ, ਉਹ ਬਲਵਾਨ ਜ਼ਰੂਰ ਹੁੰਦਾ। ਆਪਾਂ ਪੜ੍ਹਦੇ ਨਾ ਤ੍ਰੇਤੇ ਯੁੱਗ ਦੇ ਅਵਤਾਰ ਸ੍ਰੀ ਰਾਮ ਚੰਦਰ ਜੀ, ਜਦੋਂ ਸੀਤਾ ਦਾ ਸਵੰਬਰ ਰਚਾਇਆ ਗਿਆ ਕਿ ਧਨੁਸ਼ਬਾਨ ਨੂੰ ਜਿਹੜਾ ਚੁੱਕੇਗਾ, ਸੀਤਾ ਜੀ ਨੇ ਕਿਹਾ ਉਹਦੇ ਨਾਲ ਵਿਆਹ ਕਰਾਉਣਗੇ, ਪਰ ਉਹਨਾਂ ਨੇ ਚੁੱਕਣਾ ਕੀ, ਉਹਨਾਂ ਚਿਲਾ ਚਾੜ ਕੇ ਲੱਗਿਆ, ਉਹ ਟੁੱਟ ਹੀ ਗਿਆ ਸੀ ਧਨੁਸ਼ਬਾਨ, ਕਿਉਂਕਿ ਉਹ ਬਲਵਾਨ ਯੋਧੇ ਹੁੰਦੇ ਹਨ। ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਇੱਕ ਤੀਰ ਧਨੁਸ਼ਬਾਨ ਭੇਟ ਕੀਤਾ ਸੀ ਨਾ ਹੈਦਰਾਬਾਦ ਦੇ ਵਪਾਰੀਆਂ ਨੇ, ਉਹ 9 ਟਾਂਕ ਦਾ ਧਨੁਸ਼ਬਾਨ ਸੀ। 9 ਟਾਂਕ ਪਤਾ ਕਿੰਨਾ ਹੁੰਦਾ? 25 ਸ਼ੇਰ ਕੱਚਾ, ਇਤਿਹਾਸ 'ਚ ਲਿਖਿਆ 25 ਸ਼ੇਰ ਕੱਚਾ। ਇੱਕ ਸ਼ੇਰ ਆਪਾਂ ਦੇਖਦੇ 2 ਕਿਲੋ ਤੋਂ ਥੋੜਾ ਜਿਹਾ ਘੱਟ, ਪਸੇਰੀ ਕਹਿੰਦੇ ਉਹਨੂੰ। 25 ਸ਼ੇਰ ਕੱਚਾ ਅਗਰ ਧਨੁਸ਼ਬਾਨ ਦੇ ਨਾਲ ਲਟਕਾ ਦਿੱਤਾ ਜਾਵੇ ਨਾ, ਤੋ ਆਪਣਾ ਵਜਨ ਪੂਰਾ ਕਰ ਲਵੇ, ਤੇ ਉਹ ਇੱਕ ਟਾਂਕ ਦਾ ਧਨੁਸ਼ਬਾਨ ਹੁੰਦਾ। ਇੱਕ ਟਾਂਕ ਦਾ 25 ਸ਼ੇਰ ਕੱਚਾ। ਹੁਣ ਤੁਸੀਂ ਹਿਸਾਬ ਲਾ ਲਓ ਕਿ 2 ਕਿਲੋ ਤੋਂ ਥੋੜਾ ਜਿਹਾ ਘੱਟ ਉਹ ਸ਼ੇਰ ਕੱਚਾ ਸ਼ੇਰ ਹੁੰਦਾ, ਤੇ ਮਤਲਬ 50 ਨਹੀਂ ਤੇ 40-42 ਕਿਲੋ ਤੇ ਹੋ ਹੀ ਜਾਏਗਾ ਨਾ ਇੱਕ ਟਾਂਕ ਦਾ। ਤੇ ਉਹ ਸੀ 9 ਟਾਂਕ ਦਾ 225 ਕਿਲੋ ਕੁਝ, ਇੰਨਾ ਖਿਚਾਓ ਦੇ ਨਾਲ ਉਹ ਧਨੁਸ਼ਬਾਨ ਖਿੱਚਿਆ ਜਾਂਦਾ ਸੀ। ਭਾਵ ਕਿ ਇੱਕ ਬਾਂਹ ਦੇ ਨਾਲ ਇੰਨਾ ਖਿਚਾਓ ਪਾਉਣਾ ਜਿੰਨਾ 225 ਕਿਲੋ ਦਾ ਖਿਚਾਓ ਪਾਉਣਾ ਹੋਵੇ। ਐਵੇਂ ਨਹੀਂ ਸੀ ਕਹਿੰਦੇ ਹੁੰਦੇ ਕਿ ਗੁਰੂ ਗੋਬਿੰਦ ਸਿੰਘ ਦਾ ਇੱਕ ਤੀਰ ਚੱਲਦਾ ਸੀ ਤੇ ਪਰਲੋ ਆ ਜਾਂਦੀ ਸੀ। ਪਹਿਲੀ ਗੱਲ ਤੇ ਜਦੋਂ ਉਹ ਤੀਰ ਛੱਡਦੇ, ਤੀਰ ਹੀ ਉਹਨਾਂ ਦੇ ਇੱਦਾਂ ਦੇ ਸੀ, ਉਹਦੇ ਤੀਰ ਸੀ ਸੋਨੇ ਦੇ, ਉਹਦੀ ਤੇਗ ਫੁਲਾਦੀ ਏ, ਰੱਖਿਆ ਮਜ਼ਲੂਮਾਂ ਦੀ ਕਰਨੇ ਦੀ ਆਦੀ ਏ। ਕਲਗੀਧਰ ਪ੍ਰੀਤਮ ਦੀ ਇਹ ਅਮਰ ਕਹਾਣੀ ਏ, ਇਹ ਧਰਮ ਦਾ ਰਾਖਾ ਏ, ਸਰਬੰਸ ਦਾ ਦਾਨੀ ਏ।
ਇਹਦੇ ਤੀਰ ਨੇ ਸੋਨੇ ਦੇ, ਇਹਦੀ ਤੇਗ ਫੁਲਾਦੀ ਏ, ਰੱਖਿਆ ਮਜ਼ਲੂਮਾਂ ਦੀ ਕਰਨੇ ਦੀ ਆਦੀ ਏ, ਪਟਨੇ ਦੇ ਮਾਹੀ ਦੀ ਹਰ ਝਲਕ ਨਿਰਾਲੀ ਏ, ਇਹ ਧਰਮ ਦਾ ਰਾਖਾ ਏ, ਸਰਬੰਸ ਦਾ ਦਾਨੀ ਏ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਜਿਹੜਾ ਧਨੁਸ਼ ਬਾਣ ਉੱਥੇ ਪਿਆ ਹੋਇਆ ਸੀ, ਮਿਊਜ਼ੀਅਮ ਦੇ ਵਿੱਚ ਰੱਖਿਆ ਸੀ। ਉਸ ਸਮੇਂ ਤੱਕ ਗੁਰੂ ਸਾਹਿਬ ਤੇ ਗੁੱਲ ਖਾਂ ਤੇ ਅਤੋਲੇ ਖਾਂ ਦੋ ਪਠਾਨਾਂ ਨੇ ਵਾਰ ਕਰ ਦਿੱਤਾ ਸੀ। ਜਰਾਹ ਨੇ ਆ ਕੇ ਜ਼ਖਮ ਸਿਲ ਦਿੱਤੇ ਸਨ। ਕਮਰ ਕੱਸਾ ਬੰਨਿਆ ਹੋਇਆ ਸੀ। ਸਤਿਗੁਰ ਚੱਲਣ ਫਿਰਨ ਲੱਗ ਪਏ ਸੀ ਤੇ ਕੁਝ ਬੱਚੇ ਆਏ ਹੋਏ ਸੀ, ਜਿਵੇਂ ਟੂਰ ਤੇ ਜਾਂਦੇ ਬੱਚੇ, ਤੇ ਉਹਨਾਂ ਨੇ ਸ਼ਸਤਰ ਵੇਖੇ ਸਤਿਗੁਰਾਂ ਦੇ, ਤੇ ਇੱਕ ਨੇ ਦੂਸਰੇ ਨੂੰ ਪੁੱਛਿਆ, ਆਹ ਧਨੁਸ਼ ਬਾਣ ਕੌਣ ਚੁੱਕਦਾ ਹੋਏਗਾ? ਕਹਿੰਦੇ ਚੁੱਕ ਤੇ ਕਿਸੇ ਕੋਲ ਨਹੀਂ ਹੁੰਦਾ ਹੋਣਾ, ਭਾਰਾ ਹੀ ਬੜਾ। ਕਹਿੰਦੇ ਚਲਾਉਂਦਾ ਕੌਣ ਹੈ? ਕਹਿੰਦੇ ਚਲਾਉਣਾ ਤੇ ਬੜੀ ਦੂਰ ਦੀ ਗੱਲ ਹੈ, ਤੇ ਚੁੱਕ ਹੀ ਨਹੀਂ ਸਕਦਾ। ਤੇ ਸਿੱਖ ਜਿਹੜਾ ਖੜਾ ਸੀ ਨਾ ਬਰਛਾ ਲੈ ਕੇ ਪਹਿਰੇ ਤੇ, ਉਹਨੂੰ ਪੁੱਛਿਆ ਜਾ ਕੇ ਬੱਚਿਆਂ ਨੇ, ਉਹ ਕਹਿੰਦੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਚਲਾਉਂਦੇ ਇਹਨੂੰ। ਕਹਿੰਦੇ ਚਲਾ ਲੈਂਦੇ? ਕਹਿੰਦੇ ਹਾਂ ਚਲਾਉਂਦੇ ਆ। ਇੰਨੀ ਦੇਰ ਨੂੰ ਬਾਹਰ ਸਤਿਗੁਰੂ ਮਹਾਰਾਜ ਬਿਰਾਜਮਾਨ ਸਨ। ਸਤਿਗੁਰਾਂ ਕੋਲ ਜਾ ਕੇ ਪੁੱਛਦੇ ਆ, ਮਹਾਰਾਜ ਗੁਰੂ ਸਾਹਿਬ ਇਹ ਧਨੁਸ਼ ਬਾਣ ਕੌਣ ਚਲਾਉਂਦੇ ਆ? ਕੌਣ ਚਲਾ ਚੜ੍ਹਦਾ? ਸਤਿਗੁਰੂ ਮਹਾਰਾਜ ਕਹਿੰਦੇ ਇਹਨੂੰ ਅਸੀਂ ਚਲਾਉਂਦੇ ਆ। ਮਹਾਰਾਜ ਚਲਾ ਕੇ ਦਿਖਾਓ। ਹੈ ਤੇ ਕਲਾ ਵਰਤਾਉਣੀ ਹੁੰਦੀ ਸਤਿਗੁਰਾਂ ਨੇ। ਜਿਹੜੇ ਸੰਤ ਹੁੰਦੇ, ਜਿਹੜੇ ਰਹਿਬਰ ਹੁੰਦੇ, ਗੁਰੂ ਹੁੰਦੇ ਆ, ਉਹ ਆਪਣੀ ਮੌਜ ਨਾਲ ਸੰਸਾਰ ਵਿੱਚ ਆਉਂਦੇ ਤੇ ਮੌਜ ਨਾਲ ਹੀ ਸੰਸਾਰ ਵਿੱਚੋਂ ਜਾਂਦੇ ਹਨ। ਆ ਸਤਿਗੁਰਾਂ ਦਾ ਆ ਰਿਹਾ ਪ੍ਰਕਾਸ਼ ਦਿਹਾੜਾ 7 ਜਨਵਰੀ ਨੂੰ ਅਖੰਡ ਪਾਠ ਸਾਹਿਬ ਦੀ ਰੰਭਤਾ ਹੋਵੇਗੀ ਤੇ 9 ਤਰੀਕ ਨੂੰ ਭੋਗ ਪਾਏ ਜਾਣਗੇ ਆਪ ਨਾਲ ਇਤਿਹਾਸ। ਫਿਰ ਲੜੀਵਾਰ ਇਤਿਹਾਸ ਸ਼ੁਰੂ ਕਰਾਂਗੇ ਆਪਾਂ ਇਸੇ ਤਰ੍ਹਾਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ। ਮਹਾਰਾਜ ਆਪ ਆਪਣਾ ਇਤਿਹਾਸ ਲਿਖਦੇ ਹਨ। ਕਿੱਡੇ ਬਲਵਾਨ ਹਨ ਕਲਗੀਧਰ ਪਾਤਸ਼ਾਹ ਮਹਾਰਾਜ, ਜਿੱਥੇ ਸਤਿਗੁਰ ਨੇ ਸਾਰੇ ਅਵਤਾਰਾਂ ਦਾ ਜੀਵਨ ਲਿਖਿਆ। ਨਹੀਂ ਤਾਂ ਇਤਿਹਾਸ ਕਿਸ ਤਰ੍ਹਾਂ ਬਣਦਾ? ਜਦੋਂ ਇਸ ਸੰਸਾਰ ਤੋਂ ਕੋਈ ਰਹਿਬਰ ਚਲਾ ਜਾਂਦਾ, 100 ਸਾਲ 200 ਸਾਲ 50 ਸਾਲ ਬਾਅਦ ਕੋਈ ਕਲਮ ਚੁੱਕਦਾ, ਉਹਦਾ ਜੀਵਨ ਲਿਖਦਾ। ਫਲਾਨਾ ਆਇਆ ਸੀ, ਚੰਗੇਜ਼ ਖਾਨ ਆਇਆ ਸੀ, ਸਿਕੰਦਰ ਆਇਆ ਸੀ, ਉਹਨੇ ਆਹ ਕੀਤਾ। ਪਰ ਗੁਰੂ ਗੋਬਿੰਦ ਸਿੰਘ ਇੱਕ ਐਸੇ ਰਹਿਬਰ ਹੋਏ ਆ, ਕਵੀਆਂ ਦੇ ਕਵੀ ਹੋਏ, ਜਰਨੈਲਾਂ ਦੇ ਜਰਨੈਲ ਹੋਏ, ਬਾਦਸ਼ਾਹ ਦੇ ਬਾਦਸ਼ਾਹ ਹੋਏ, ਜਿਨ੍ਹਾਂ ਨੇ ਬਾਕੀ ਸਾਰੇ ਅਵਤਾਰਾਂ ਦਾ ਜੀਵਨ ਲਿਖਿਆ, 24 ਅਵਤਾਰਾਂ ਦਾ ਜੀਵਨ ਲਿਖਿਆ। ਤੇ ਉੱਥੇ ਸਤਿਗੁਰ ਜੀ ਫਿਰ ਕਲਮ ਚੁੱਕਦੇ ਤੇ ਫਿਰ ਕਹਿੰਦੇ ਹਨ, ਅਬ ਮੈਂ ਆਪਣੀ ਕਥਾ ਬਖਾਨੋ, ਅਬ ਮੈਂ ਆਪਣੀ ਕਥਾ ਬਖਾਨੋ। ਕਹਿੰਦੇ ਹੁਣ ਮੈਂ ਤੁਹਾਨੂੰ ਆਪਣੀ ਕਥਾ ਵੀ ਵਿਖਿਆਨ ਕਰਕੇ ਦੱਸ ਰਿਹਾ ਹਾਂ। ਸਾਰੇ ਜਣੇ ਇੱਕ ਵਾਰ ਹਾਜ਼ਰੀ ਲਗਾਈਏ। ਕਥਾ ਬਖਾਨੋ ਜੀ ਅਬ ਮੈਂ ਆਪਣੀ, ਅਬ ਮੈਂ ਆਪਣੀ, ਕਥਾ ਬਖਾਨੋ ਜੀ ਅਬ ਮੈਂ ਆਪਣੀ, ਅਬ ਮੈਂ ਆਪਣੀ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਹੁਣ ਮੈਂ ਤੁਹਾਨੂੰ ਆਪਣੀ ਕਥਾ ਵਿਖਿਆਨ ਕਰਕੇ ਦੱਸਦਾ ਹਾਂ। ਤਪ ਸਾਧਤ ਜਿਹ ਬਿਦ ਮੋਹਿਆ ਨੂੰ, ਮੈਂ ਤਪ ਸਾਧਨਾ ਕਰ ਰਿਹਾ ਸਾਂ, ਜਿਸ ਵਿਧੀ ਕਰਕੇ ਮੈਨੂੰ ਇਸ ਸੰਸਾਰ ਤੇ ਆਉਣਾ ਪਿਆ। ਫਿਰ ਸਤਿਗੁਰ ਕਹਿੰਦੇ ਉਹ ਜਗ੍ਹਾ ਕਿੱਥੇ ਜਿੱਥੇ ਮੈਂ ਤਪੱਸਿਆ ਕਰ ਰਿਹਾ ਸਾਂ? ਹੇਮਕੁੰਟ ਪਰਬਤ ਹੈ ਜਹਾਂ। ਇਹ ਨਹੀਂ ਦੱਸਿਆ ਇੱਥੋਂ ਰਸਤਾ ਜਾਂਦਾ, ਇੱਥੋਂ ਗੱਡੀ ਫੜਨੀ। ਹੇਮਕੁੰਟ ਪਰਬਤ ਹੈ, ਜਾਂ ਜਿੱਥੇ ਵੀ ਕਿਤੇ ਹੇਮਕੁੰਟ ਪਰਬਤ ਹੈ। ਸਪਤ ਸਰਿੰਗ ਸੋਭਤ ਹੈ। ਤਾਂ ਪਹਿਲੀ ਨਿਸ਼ਾਨੀ ਦੱਸ ਦਿੱਤੀ,
ਹੇਮਕੁੰਡ ਨਾਮ ਦਾ ਇੱਕ ਪਰਬਤ ਹੈ, ਜਿੱਥੇ ਵੀ ਕਿਤੇ ਹੈ, ਪਰ ਉਹਦੇ ਚਾਰੇ ਪਾਸੇ 7 ਉੱਚੀਆਂ ਚੋਟੀਆਂ ਵਾਲੇ ਪਹਾੜ ਸ਼ੋਭਦੇ, ਸਪਤ ਸ੍ਰਿੰਗ ਸ਼ੋਭਤ ਹੈ ਤਹਾਂ। ਫਿਰ ਇਹ ਵੀ ਦੱਸ ਦਿੱਤਾ, ਸਪਤ ਸ੍ਰਿੰਗ ਤੇ ਨਾਮ ਕਹਾਵਾਂ, ਉਹਨੂੰ ਸਪਤ ਸ੍ਰਿੰਗ ਵੀ ਆਖਦੇ ਆ। ਪੰਡ ਰਾਜ ਜੋ ਕਮਾਵਾਂ, ਉੱਥੇ ਪੰਡੇ ਨਾਮ ਦੇ ਰਾਜੇ ਨੇ ਬੜੀ ਤਪੱਸਿਆ ਕੀਤੀ ਹੈ। ਸਤਿਗੁਰ ਮਹਾਰਾਜ ਕਹਿੰਦੇ ਤੈ ਹਮ ਅਧਿਕ ਤਪੱਸਿਆ ਸਾਧੀ, ਉੱਥੇ ਅਸੀਂ ਬਹੁਤ ਜ਼ਿਆਦਾ ਤਪੱਸਿਆ ਕੀਤੀ। ਮਹਾਕਾਲ ਕਾਲ ਕਾ ਅਰਾਧੀ। ਇੰਜੀਨੀਅਰ ਵਾਲੇ ਵੀਰ ਬੈਠੇ ਸਾਡੇ ਕੋਲ, ਜਦੋਂ ਇੰਜੀਨੀਅਰ ਰਜਮੰਡ ਦੇ ਹੌਲਦਾਰ ਮੋਦਨ ਸਿੰਘ ਨੇ ਇਤਿਹਾਸ ਪੜ੍ਹਿਆ ਨਾ, ਉਹ ਚੱਲ ਪਿਆ ਫਿਰ ਖੋਜ ਕਰਨ ਵਾਸਤੇ, ਜਗ੍ਹਾ ਕਿੱਥੇ ਆ। ਪਹਾੜੀਆਂ 'ਚ ਖੋਜਦਾ ਤੁਰਿਆ, ਅਤੇ ਜਦੋਂ ਉਹਨੂੰ ਨਿਸ਼ਾਨੀਆਂ ਸਾਰੀਆਂ ਲੱਗੀਆਂ ਉਸੇ ਤਰ੍ਹਾਂ ਹੀ ਆ। ਉੱਥੇ ਇੱਕ ਦਰਖਤ ਆ, ਜਿਹਨੂੰ ਉਹਨਾਂ ਵਿਚਕਾਰੋਂ ਖੋਖਲਾ ਕੀਤਾ, ਉਹਦੇ 'ਚ ਰਾਤ ਗੁਜ਼ਾਰਦਾ ਹੁੰਦਾ ਸੀ। ਦਿਨ ਚੜ੍ਹੇ ਉਹ ਚੱਲ ਪੈਂਦਾ ਹੁੰਦਾ ਸੀ ਜਗ੍ਹਾ ਲੱਭਣ ਵਾਸਤੇ। ਅਤੇ ਫਿਰ ਗਲ 'ਚ ਪੱਲਾ ਪਾਉਣਾ, ਅਰਦਾਸ ਕਰਨੀ, ਗੁਰੂ ਗੋਬਿੰਦ ਸਿੰਘ ਮਹਾਰਾਜ ਕਿਰਪਾ ਕਰੋ, ਮੈਂ ਤੁਹਾਡਾ ਉਹ ਤਪੱਸਿਆ ਵਾਲਾ ਸਥਾਨ ਲੱਭ ਲਵਾਂ। ਅਤੇ ਜਦੋਂ ਲੱਭ ਲਿਆ, ਅਰਦਾਸ ਕੀਤੀ, ਮਹਾਰਾਜ ਮੇਰੀ ਤੁਛ ਬੁੱਧੀ ਹੈ, ਮੈਨੂੰ ਨਹੀਂ ਪਤਾ ਕਿ ਆਹੀ ਸਥਾਨ ਆ, ਤੁਸੀਂ ਆਪ ਹੁਣ ਕਿਰਪਾ ਕਰੋ। ਫਿਰ ਕਲਗੀਧਰ ਪਾਤਸ਼ਾਹ ਨੇ ਦਰਸ਼ਨ ਦਿੱਤੇ ਅਤੇ ਹੌਲਦਾਰ ਮੋਦਨ ਸਿੰਘ ਨੂੰ ਦੱਸਿਆ, ਤੂੰ ਸਹੀ ਜਗ੍ਹਾ ਪਹੁੰਚਿਆ, ਆਹੀ ਉਹ ਸਥਾਨ ਹੈ। ਅਤੇ ਸਤਿਗੁਰ ਕੀ ਕਹਿੰਦੇ ਆ, ਕਹਿੰਦੇ ਜਦੋਂ ਮੈਨੂੰ ਇਸ ਸੰਸਾਰ 'ਤੇ ਆਉਣ ਨੂੰ ਆਖਿਆ ਨਾ ਪ੍ਰਮਾਤਮਾ ਨੇ, ਮੇਰਾ ਚਿੱਤ ਨਹੀਂ ਸੀ ਕਰ ਰਿਹਾ ਇਸ ਸੰਸਾਰ 'ਤੇ ਆਉਣ ਨੂੰ। ਚਿੱਤ ਨਾ ਭਇਓ ਹਮਰੋ ਆਵਨ ਕੈ, ਚੁਭੀ ਰਹੀ ਸੁਰਤ ਪ੍ਰਭ ਚਰਨ। ਪ੍ਰਭੂ ਦੇ ਚਰਨਾਂ 'ਚ ਮੇਰੀ ਸੁਰਤ ਚੁਭੀ ਸੀ, ਮੇਰਾ ਚਿੱਤ ਨਹੀਂ ਸੀ ਕਰ ਰਿਹਾ ਮਾਤ ਲੋਕ ਵਿੱਚ ਆਉਣ ਵਾਸਤੇ। ਪਰ ਕਹਿੰਦੇ ਮੈਨੂੰ ਪ੍ਰਮਾਤਮਾ ਨੇ ਆਖਿਆ, ਮੈਂ ਹੱਥ ਜੋੜੇ ਬੇਨਤੀ ਕੀਤੀ। ਕੀ ਆਖਿਆ ਕਲਗੀਧਰ ਪਾਤਸ਼ਾਹ ਨੇ ਉਸ ਰੱਬ ਨੂੰ, ਠਾਂਡ ਭਇਓ ਮੈਂ ਜੋਰ ਕਰ। ਠਾਂਡ ਭਾਵ ਨਿਮਰਤਾ ਨਾਲ, ਜੋਰ ਕਰ, ਕਰਮਲ ਹੱਥ ਜੋੜ ਕੇ। ਠਾਂਡ ਭਇਓ ਮੈਂ ਜੋਰ ਕਰ, ਬਚਨ ਕਹਾਂ ਸਿਰ ਨਿਆਈ। ਛੋਟਾ ਜਿਹਾ ਕੰਮ ਕਰ ਲੈ ਤੇ ਬੰਦਾ ਬੜਾ ਆਕੜਿਆ ਫਿਰਦਾ, ਮੈਂ ਆਹ ਕੰਮ ਕੀਤਾ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੈਂ ਤਾਂ ਬੜੀ ਨਿਮਰਤਾ ਨਾਲ ਹੱਥ ਜੋੜ ਕੇ, ਸਿਰ ਝੁਕਾ ਕੇ ਅਕਾਲ ਪੁਰਖ ਨਾਲ ਬਚਨ ਕੀਤਾ। ਬਚਨ ਕਾ ਸਿਰ ਨਿਆਈ, ਪੰਥ ਚੱਲੇ ਤਬ ਜਗਤ ਮੈਂ, ਜਬ ਤੁਮ ਕਰੋ ਸਹਾਈ। ਪੰਥ ਤਾਂ ਹੀ ਜਗਤ ਚੱਲ ਸਕਦਾ ਜੇ ਤੁਸੀਂ ਮੇਰੀ ਸਹਾਇਤਾ ਕਰੋ ਮਾਤ ਲੋਕ ਵਿੱਚ। ਅਤੇ ਪਰਮਾਤਮਾ ਨੇ ਫਿਰ ਕੀ ਆਖਿਆ, ਮੈਂ ਆਪਣਾ ਸੁਤ ਤੋਹੇ ਨਿਵਾਜਾਂ। ਤੁਹਾਨੂੰ ਤਾਂ ਮੈਂ ਆਪਣਾ ਪੁੱਤਰ ਬਣਾ ਕੇ ਭੇਜ ਰਿਹਾ ਮਾਤ ਲੋਕ ਵਿੱਚ। ਪੰਥ ਪ੍ਰਚਰ ਕਰਬੇ ਕੋ ਸਾਜਾ, ਪੰਥ ਦਾ ਪ੍ਰਚਾਰ ਕਰਨ ਵਾਸਤੇ ਮੈਂ ਭੇਜ ਰਿਹਾ ਹਾਂ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਚਿਲਾ ਚਾੜਿਆ ਫਿਰ ਅਤੇ ਤੀਰ ਕਮਾਨ 'ਤੇ ਚੱਲ ਗਿਆ, ਪਰ ਨਾਲ ਹੀ ਉਹ ਟਾਂਕੇ ਦੁਬਾਰਾ ਖੁੱਲ੍ਹ ਗਏ ਜਿਹੜੇ ਪੇਟ 'ਤੇ ਜ਼ਖਮ ਸੀ। ਚਲਿਓ ਸੀ ਜਰਾਹ ਨੇ ਜ਼ਖਮ ਸਿਲਾਨਾ, ਜਰਾਹ ਨੇ ਚਾਹਿਆ ਜ਼ਖਮ ਸੀਨ ਦਿੱਤਾ ਜਾਵੇ ਦੁਬਾਰਾ। ਨਹੀਂ ਸਲਵਾਇਓ ਸਤਿਗੁਰ ਆਪੇ ਬੰਦ ਰਾਖਾ, ਜੈਸਾ ਹੁਕਮ ਅਕਾਲ ਕਾ ਥਾ ਸੋਈ ਮਾਨਾ। ਕਹਿੰਦੇ ਹੁਣ ਅਕਾਲ ਪੁਰਖ ਦਾ ਹੁਕਮ ਆ ਗਿਆ, ਸੱਚਖੰਡ ਪਿਆਨਾ ਕਰਨਾ। ਆਪੇ ਸਰੋਪੇ ਨਾਲ ਬੰਨ੍ਹ ਕੇ ਰੱਖ ਲਿਆ, ਜ਼ਖਮ ਨਹੀਂ ਸਲਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਬਾਅਦ ਵਿੱਚ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਕਿੱਡੇ ਵੱਡੇ ਬਲਵਾਨ ਸਨ, ਕਿੱਡੇ ਵੱਡੇ ਯੋਧੇ ਸਨ। ਅਸੀਂ ਸੰਪੂਰਨ ਵਡਿਆਈ ਅਧੂਰੇ 'ਤੇ ਨਹੀਂ ਕਰ ਸਕਦੇ, ਪਰ ਫਿਰ ਵੀ ਸਿਖਰ ਮੈਂ ਤੁਹਾਨੂੰ ਇਹ ਦੱਸ ਦੇਵਾਂ ਕਿ ਜਦੋਂ ਸਾਡੇ ਜਨਮ ਤੋਂ ਪਹਿਲਾਂ ਸਾਡੀ ਮਾਂ ਖੜੀ ਹੁੰਦੀ ਨਾ ਗੁਰੂ ਚਰਨਾਂ 'ਚ ਅਰਦਾਸ ਕਰਨ ਨੂੰ, ਉਦੋਂ ਵੀ ਆਖਦੀ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈਂ ਹੋਏ ਸਹਾਈ। ਜਦੋਂ ਮੰਗਣ ਆਉਂਦੇ ਆ ਪੁੱਤਰ ਦੀ ਦਾਤ, ਉਹਨਾਂ ਚਿਰ ਸਾਡੀ ਸਿੱਖਾਂ ਦੀ ਅਰਦਾਸ ਅਧੂਰੀ ਹੈ, ਜਿੰਨਾ ਚਿਰ ਆਪਾਂ ਇਹ ਗੱਲ ਨਹੀਂ ਆਖਦੇ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈਂ ਹੋਏ ਸਹਾਈ। ਏਡੇ ਵੱਡੇ ਬਲਵਾਨ ਯੋਧੇ ਹਨ ਕਿ ਹਰ ਜਗ੍ਹਾ ਹੀ ਸਹਾਈ ਹੋ ਜਾਂਦੇ ਅੱਜ ਵੀ। ਫਿਰ ਜਦੋਂ ਬੱਚੇ ਦਾ ਜਨਮ ਹੁੰਦਾ ਫਿਰ ਆਖਿਆ ਜਾਂਦਾ ਅਰਦਾਸ 'ਚ, ਫਿਰ ਜਦੋਂ ਆਨੰਦ ਕਾਰਜ ਹੁੰਦਾ ਫਿਰ ਆਖਿਆ ਜਾਂਦਾ।
घर का उद्घाटन हुंदा तां आख्या जांदा, खुशी गमी होवे जदों अकाल चलाना करदा कोई तां भी उत्थे आख्या जांदा गुरु गोबिंद सिंह साहब सब थाई होए सहाय। संसार ते आउण तो पहलां इत्थे साडे पेरेंट्स खड़े हो जांदे आके अरदासां करन कि एक बच्चे दी दात दे दिओ। दुख सुख होवे तां भी इत्थे इकट्ठे हो जांदे आके, खुशी होवे तां भी इत्थे आउणे आ। जदों संसार तो कूच कर जाईदा ना फिर भी सके संबंधी इत्थे आके खड़े हुंदे, कहंदे ओहदी हुण आत्मा नूं शांति बख्श दिओ। गुरु गोबिंद सिंह महाराज कलगीधर खुद किड्डा कु बलवान होसी। इत्थों अंदाजा लाया जा सकदा कि अज भी सिख जिथे किते अरदास करदा ते आखदा गुरु गोबिंद सिंह साहब सब थाई होए सहाय। असी बयान ही नहीं कर सकते कि गुरु गोबिंद सिंह साहब खुद किड्डा कु बलवान होसी। उस सिखर नूं नहीं आपां समझ सकते किड्डा बलवान है। जिथे याद कर लीए गुरु साहब उत्थे ही किरपा कर दिंदे हन। सो सतगुरु किरपा करन। कल आप जी दे नाल मैं मुक्तसर साहब की जंग का इतिहास विचारांगा कि उत्थे सतगुर ने किवें फिर कला वरताइयां, किवें उत्थे रहमतां वरतियां, किवें बाद च 5-5 सरूपां दे उतारे होए, किवें सतगुर ने सिखां नूं भेजिया करतारपुर तो महाराज का सरूप लैके आओ, जिहड़ा पंचम पातशाह ने भाई गुरदास जी कोलों लिखाया सी। उहदे च गुरु अर्जन देव पातशाह गुरु तेग बहादुर साहब की बाणी शामिल करनी सी। धीर मल्लियां ने इनकार कर दिता। फिर सतगुर ने कंठों सारा गुरु ग्रंथ साहब गुरु गोबिंद सिंह साहब महाराज ने भाई मनी सिंह कोलों लिखाया सी। सो चिड़ियां जिस दियां बाजां ते होण भारू, उहदे ਸਿੰਘਾਂ ਦੀ किड्डी कु शान होसी। 1.25 ਲੱਖ नाल एक लड़ाण वाला कलगीधर खुद किड्डा कु बलवान होसी। ये तो असी अंदाजा भी नहीं ला सकते कि सतगुर किड्डे क बलवान होणगे। साडी समझ तो, साडी सोच तो, साडी पहुँच तो परे है। ये तो सतगुर महाराज उन्हां नूं बयान करना साडे निमाणिਆਂ दे वस दी गल नहीं है। जिन्नी कि विचार सतगुरां ने कराई, विचारां करदियां होइयां गलतियां भुल्लां चुकां दी माफ़ी गुरु रूप साध संगत ते गुरु ग्रंथ साहिब जी महाराज बख्शण योग हन। बुलाओ फतेह जी। वाहिगुरु जी का खालसा, वाहिगुरु जी की फतेह।